ਡੀਅਰ ਸਟੂਡੈਂਟਸ, ਅੱਜ ਦੀ ਸਾਡੀ ਅਕਾਊਂਟ ਦੀ ਕਲਾਸ ਦਾ ਜਿਹੜਾ ਟੌਪਿਕ ਹੈ ਉਹ ਕੁਝ ਟਰਮਸ ਹੈ ਜੋ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਵੀਡੀਓ ਭੇਜੀ ਸੀ, ਉਹਦੇ ਵਿੱਚ ਡਿਸਕ੍ਰਾਈਬ ਕੀਤੀਆਂ ਹੋਈਆਂ ਹੈ। ਬਟ ਅੱਜ ਫਿਰ ਮੈਂ ਤੁਹਾਨੂੰ ਇਹਨਾਂ ਨੂੰ ਡਿਸਕ੍ਰਾਈਬ ਕਰ ਰਹੀ ਹਾਂ ਕਿਉਂਕਿ ਇਹ ਟਰਮਸ ਜਿਹੜੀਆਂ ਹੈ ਤੁਹਾਨੂੰ ਪਤਾ ਹੋਣੀਆਂ ਜ਼ਰੂਰੀ ਹੈ, ਕਿਉਂਕਿ ਇਹਨਾਂ ਟਰਮਸ ਦਾ ਤੁਹਾਡੇ ਅੱਗੇ ਅਕਾਊਂਟਿੰਗ ਦੇ ਵਿੱਚ ਯੂਜ਼ ਹੁੰਦਾ ਹੈ। ਨੈਕਸਟ ਜਿਹੜਾ ਆਪਾਂ ਟੌਪਿਕ ਕੱਲ੍ਹ ਦੀ ਕਲਾਸ ਦੇ ਵਿੱਚ ਸ਼ੁਰੂ ਕਰਨਾ ਹੈ, ਉਹ ਸਾਰਾ ਜਿਹੜਾ ਟੌਪਿਕ ਹੈ ਉਹ ਤੁਹਾਨੂੰ ਤਾਂ ਹੀ ਸਮਝ ਲੱਗੇਗਾ ਅਗਰ ਤੁਹਾਨੂੰ ਇਹ ਟਰਮਸ ਦੇ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਹੋਏਗੀ। ਇਹ ਟਰਮਸ ਨੂੰ ਆਪਾਂ ਕੀ ਕਹਿੰਦੇ ਆ, ਇਸ ਜਾਣਕਾਰੀ ਦੇ ਨਾਲ ਹੀ ਤੁਹਾਨੂੰ ਨੈਕਸਟ ਟੌਪਿਕ ਜਿਹੜਾ ਹੈ ਉਹ ਸਮਝ ਆਏਗਾ। ਫਸਟ ਹੈ ਸਾਡੇ ਕੋਲ ਐਸੈਟਸ। ਦੇਖੋ, ਐਸੈਟਸ ਜਿਹੜੇ ਹੈ ਉਹ ਕਿਸੇ ਵੀ ਬਿਜ਼ਨਸ ਦੀ ਸੰਪਤੀ ਹੁੰਦੀ ਹੈ, ਉਹ ਚੀਜ਼ ਜਿਹਦੇ ਉੱਤੇ ਸਾਡੀ ਮਲਕੀਅਤ ਹੁੰਦੀ ਹੈ, ਅਸੀਂ ਉਸ ਚੀਜ਼ ਦੇ ਮਾਲਕ ਹੁੰਦੇ ਹਾਂ ਅਤੇ ਉਹਨੂੰ ਅਸੀਂ ਸੰਪਤੀ ਬੋਲਦੇ ਹਾਂ। ਜਿੱਦਾਂ ਕਿ ਹੁਣ ਸਾਡੇ ਫੋਰ ਐਗਜ਼ਾਮਪਲ ਆਪਾਂ ਸਮਝਦੇ ਹਾਂ, ਸਾਡੇ ਕੋਲ ਸਾਡਾ ਘਰ ਹੈ, ਸਾਡੇ ਘਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਫਰਨੀਚਰ ਹੁੰਦਾ ਹੈ, ਮਸ਼ੀਨਰੀ ਹੁੰਦੀ ਹੈ, ਅਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਸਾਡੇ ਕਿਆ ਹੁੰਦਾ ਹੈ, ਇਹ ਸਾਡੇ ਐਸੈਟਸ ਹੁੰਦੇ ਹੈ। ਸਾਡਾ ਜਿਹੜਾ ਘਰ ਹੈ ਇਹ ਵੀ ਸਾਡਾ ਐਸਿਡ ਹੈ, ਸਾਡੇ ਕੋਲ ਕੋਈ ਕਾਰ ਹੈ ਉਹ ਵੀ ਸਾਡਾ ਐਸਿਡ ਹੈ, ਸਾਡੇ ਕੋਲ ਲੈਂਡ ਹੈ, ਜ਼ਮੀਨ ਹੈ ਜਿਹੜੀ, ਉਹ ਵੀ ਸਾਡਾ ਐਸਿਡ ਹੁੰਦਾ ਹੈ। ਉਹ ਚੀਜ਼ ਜਿਹਦੇ ਉੱਤੇ ਸਾਡੀ ਪੂਰੀ ਮਲਕੀਅਤ ਹੁੰਦੀ ਹੈ ਉਹਨੂੰ ਅਸੀਂ ਐਸਿਡਸ ਕਹਿੰਦੇ ਹਾਂ, ਅਤੇ ਇਹਨਾਂ ਦੀ ਜਿਹੜੀ ਰੀਅਲ ਵੈਲਿਊ ਹੈ ਉਹ ਸਾਡੇ ਲਈ ਇੱਕ ਸੰਪਤੀ ਹੁੰਦੀ ਹੈ। ਨੈਕਸਟ, ਐਸਿਡਸ ਨੂੰ ਅਸੀਂ ਕੁਝ ਪਾਰਟਸ ਦੇ ਵਿੱਚ ਡਿਵਾਈਡ ਕਰਦੇ ਹਾਂ। ਫਸਟ ਹੈ ਸਾਡੇ ਕੋਲ ਫਿਕਸਡ ਐਸਿਡਸ, ਸੈਕਿੰਡ ਹੈ ਕਰੰਟ ਐਸਿਡਸ, ਫਿਰ ਫੈਕਟੀਸ਼ੀਅਸ ਐਸਿਡ, ਟੈਂਜੀਬਲ ਐਂਡ ਇਨਟੈਂਜੀਬਲ ਐਸਿਡਸ, ਲਿਕੁਇਡ ਐਸਿਡਸ। ਦੇਖੋ, ਮੇਨਲੀ ਸਾਡੇ ਕੋਲ ਇਹ ਤਿੰਨ ਟਾਈਪਸ ਹੈ, ਫਿਕਸਡ ਐਸਿਡ, ਕਰੰਟ ਐਸਿਡ, ਫੈਕਟੀਸ਼ੀਅਸ ਐਸਿਡ। ਜਿਹੜੇ ਟੈਂਜੀਬਲ ਔਰ ਇਨਟੈਂਜੀਬਲ ਐਸਿਡ ਹੈ, ਫੋਰਥ ਟਾਈਪ ਹੈ ਸਾਡੀ, ਇਹ ਸਾਡੀ ਫਸਟ ਫਿਕਸਡ ਐਸਿਡਸ ਨੂੰ ਹੀ ਅੱਗੇ ਡਿਸਕ੍ਰਾਈਬ ਕੀਤਾ ਹੋਇਆ ਹੈ, ਅਤੇ ਲਿਕੁਇਡ ਐਸਿਡ ਜਿਹੜੇ ਆ ਸਾਡੇ, ਉਹ ਸਾਡੀ ਕਰੰਟ ਐਸਿਡਸ ਦੀ ਟਾਈਪ ਹੈ। ਆਪਾਂ ਪਹਿਲਾਂ ਫਿਕਸਡ ਐਸਿਡ ਬਾਰੇ ਪੜ੍ਹਦੇ ਹਾਂ। ਫਿਕਸਡ ਐਸਿਡ ਜਿਹੜੇ ਹੈ ਉਹ ਐਸਿਡਸ ਹੁੰਦੇ ਨੇ ਜਿਨ੍ਹਾਂ ਦੀ ਲਾਈਫ ਜਿਹੜੀ ਹੈ ਉਹ ਲੌਂਗ ਟਰਮ ਦੇ ਲਈ ਹੁੰਦੀ ਹੈ, ਜਿਨ੍ਹਾਂ ਦੇ ਉੱਤੇ ਜਦੋਂ ਆਪਾਂ ਇੱਕ ਵਾਰ ਪੈਸਾ ਖਰਚ ਕਰ ਦਿੰਦੇ ਹਾਂ ਅਤੇ ਉਹ ਸਾਨੂੰ ਲੌਂਗ ਟਰਮ ਦੇ ਲਈ ਯੂਜ਼ ਹੁੰਦੇ ਰਹਿੰਦੇ ਹੈ। ਜਿੱਦਾਂ ਕਿ ਹੁਣ ਆਪਾਂ ਬਿਜ਼ਨਸ ਦੇ ਵਿੱਚ ਕੋਈ ਮਸ਼ੀਨਰੀ ਪਰਚੇਜ਼ ਕੀਤੀ ਹੈ, ਇਹ ਤਾਂ ਹੈ ਨਹੀਂ ਕਿ ਮਸ਼ੀਨਰੀ ਅੱਜ ਪਰਚੇਜ਼ ਕੀਤੀ ਹੈ ਕੱਲ੍ਹ ਖ਼ਰਾਬ ਹੋ ਜਾਏਗੀ ਜਾਂ ਕੱਲ੍ਹ ਉਹਦਾ ਯੂਜ਼ ਜਿਹੜਾ ਹੈ ਖ਼ਤਮ ਹੋ ਜਾਏਗਾ, ਨਹੀਂ। ਫਿਕਸਡ ਜਿਹੜੀ ਸਾਡੀ ਮਸ਼ੀਨਰੀ ਹੈ ਉਹ ਇੱਕ ਫਿਕਸਡ ਐਸਿਡ ਹੈ, ਅਤੇ ਉਹ ਸਾਨੂੰ ਲੌਂਗ ਟਰਮ ਦੇ ਲਈ ਜਿਹੜੀ ਹੈ ਉਹ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਦੀ ਰਹੇਗੀ, ਸਾਡੇ ਲਈ ਯੂਜ਼ ਆਉਂਦੀ ਰਹੇਗੀ। ਉਹਨੂੰ ਆਪਾਂ ਫਿਕਸਡ ਐਸਿਡ ਕਹਿੰਦੇ ਹਾਂ, ਲੌਂਗ ਟਰਮ ਦੇ ਲਈ ਹੁੰਦਾ ਹੈ, ਅਤੇ ਇਹਦੀ ਜਿਹੜੀ ਵੈਲਿਊ ਹੈ ਉਹ ਸਾਨੂੰ ਲੰਬੇ ਸਮੇਂ ਤੱਕ ਜਿਹੜੀ ਹੈ ਉਹ ਮਿਲਦੀ ਰਹਿੰਦੀ ਹੈ। ਨੈਕਸਟ ਹੈ ਸਾਡੇ ਕੋਲ ਕਰੰਟ ਐਸਿਡ। ਦੇਖੋ, ਫਿਕਸਡ ਐਸਿਡ ਦੇ ਵਿੱਚ ਸਾਡੇ ਐਗਜ਼ਾਮਪਲਸ ਮੈਂ ਤੁਹਾਨੂੰ ਦੇ ਦਿੰਦੀ ਹਾਂ, ਜਿਵੇਂ ਕਿ ਮਸ਼ੀਨਰੀ ਹੈ, ਜਿਵੇਂ ਕਿ ਫਰਨੀਚਰ ਹੈ, ਜਿਹਦੀ ਅਸੀਂ ਲੰਬੇ ਸਮੇਂ ਤੱਕ ਯੂਜ਼ ਕਰਨਾ ਹੈ, ਉਹ ਵਾਲਾ ਐਸਿਡ ਜਿਹਨੂੰ ਅਸੀਂ ਲੰਬੇ ਸਮੇਂ ਤੱਕ ਯੂਜ਼ ਕਰਨਾ ਹੈ ਉਹਨੂੰ ਅਸੀਂ ਫਿਕਸਡ ਐਸਿਡ ਕਹਿੰਦੇ ਹਾਂ, ਠੀਕ ਹੈ। ਨੈਕਸਟ ਹੈ ਸਾਡੇ ਕੋਲ ਕਰੰਟ ਐਸਿਡਸ। ਹੁਣ ਦੇਖੋ, ਕਰੰਟ ਐਸਿਡਸ ਕਿਹੜੇ ਹੁੰਦੇ ਨੇ, ਉਹ ਐਸਿਡਸ ਜਿਹੜੇ ਕਿ ਸਾਡੇ ਕੋਲ ਕੈਸ਼ ਦੇ ਰੂਪ ਦੇ ਵਿੱਚ ਹੁੰਦੇ ਨੇ, ਜਾਂ ਜਿਨ੍ਹਾਂ ਐਸਿਡਸ ਨੂੰ ਅਸੀਂ ਈਜ਼ੀਲੀ ਕੈਸ਼ ਦੇ ਵਿੱਚ ਕਨਵਰਟ ਕਰ ਸਕਦੇ ਹਾਂ, ਅਤੇ ਇਹ ਐਸਿਡ ਸਿਰਫ ਸਾਡੇ ਕੋਲ 1 ਈਅਰ ਦੇ ਲਈ ਹੁੰਦੇ ਨੇ ਜਾਂ ਸ਼ਾਰਟ ਪੀਰੀਅਡ ਦੇ ਲਈ ਹੁੰਦੇ ਨੇ, ਉਹਨਾਂ ਨੂੰ ਅਸੀਂ ਕਰੰਟ ਐਸਿਡਸ ਕਹਿੰਦੇ ਹਾਂ। ਉਹ ਐਸਿਡਸ ਜਿਨ੍ਹਾਂ ਨੂੰ ਕੈਸ਼ ਦੇ ਵਿੱਚ ਈਜ਼ੀਲੀ ਕਨਵਰਟ ਕੀਤਾ ਜਾ ਸਕਦਾ ਹੈ। ਜੇ ਕਰੰਟ ਐਸਿਡ ਦੀਆਂ ਸਾਡੇ ਕੋਲ ਐਗਜ਼ਾਮਪਲਸ ਹੈ, ਜਿੱਦਾਂ ਕੈਸ਼, ਜੋ ਸਾਡੇ ਇਨ ਹੈਂਡ ਕੈਸ਼ ਪਿਆ ਹੈ, ਸਾਡੇ ਕੋਲ ਹੱਥ ਦੇ ਵਿੱਚ ਕੈਸ਼ ਪਿਆ ਹੈ, ਜਾਂ ਫਿਰ ਸਾਡਾ ਜਿਹੜਾ ਕੈਸ਼ ਬੈਂਕ ਦੇ ਵਿੱਚ ਜਮ੍ਹਾਂ ਹੈ, ਕੈਸ਼ ਐਟ ਬੈਂਕ ਹੈ, ਉਹ ਵੀ ਸਾਡਾ ਕਰੰਟ ਐਸਿਡ ਹੈ। ਸਾਡੇ ਬਿਲਸ ਰਿਸੀਵੇਬਲ ਹੈ, ਸਾਨੂੰ ਕੋਈ ਬਿੱਲ ਰਿਸੀਵ ਹੋਣੇ ਹੈ, ਕੁਛ ਪੇਮੈਂਟਸ ਹੋਈਆਂ ਨੇ, ਕੁਛ ਸਾਡੇ ਕੋਲੋਂ ਕਿਸੇ ਨੇ ਖਰੀਦਿਆ ਹੈ, ਉਹ ਬਿੱਲ ਜਿਹੜੇ ਆ ਉਹ ਪੇ ਨਹੀਂ ਹੋਏ, ਬਿੱਲ ਰਿਸੀਵ ਹੋਣੇ ਆ ਸਾਨੂੰ ਉਹ, ਅਤੇ ਉਹ ਜਿਹੜੇ ਬਿਲਸ ਰਿਸੀਵੇਬਲ ਹੈ ਉਹ ਵੀ ਸਾਡਾ ਕਰੰਟ ਐਸਿਡ। ਨੈਕਸਟ ਹੈ ਸਾਡੇ ਕੋਲ ਫੈਕਟੀਸ਼ੀਅਸ ਐਸਿਡ। ਫੈਕਟੀਸ਼ੀਅਸ ਐਸਿਡਸ ਦੇਖੋ, ਉਹ ਐਸਿਡਸ ਹੁੰਦੇ ਨੇ ਜਿਨ੍ਹਾਂ ਦੀ ਕੋਈ ਰੀਅਲ ਵੈਲਿਊ ਨਹੀਂ ਹੁੰਦੀ, ਜਿਹੜੇ ਕਿ ਨੋਨ ਰੈਕਰਿੰਗ ਨੇਚਰ ਦੇ ਹੁੰਦੇ ਆ। ਆਪਣੀ ਨੋਨ ਰੈਕਰਿੰਗ ਨੇਚਰ, ਨੋਨ ਰੈਕਰਿੰਗ ਮਤਲਬ ਜਿਹੜੀ
ਜਿਹੜੀ ਦੁਬਾਰਾ ਚੀਜ਼ ਨਾ ਹੋਵੇ। ਨੋਨ ਰੈਕਰਿੰਗ ਨੇਚਰ ਦੇ ਕਰਕੇ ਹੀ ਇਹਨਾਂ ਨੂੰ ਅਸੀਂ ਐਸਿਡਸ ਮੰਨਦੇ ਹਾਂ, ਫਿਕਟੀਸ਼ੀਅਸ ਐਸਿਡਸ ਮੰਨਦੇ ਹਾਂ। ਇਹਨਾਂ ਦੇ ਫਿਊਚਰ ਦੇ ਵਿੱਚ ਕੋਈ ਵੀ ਰੀਅਲ ਵੈਲਿਊ ਨਹੀਂ ਹੁੰਦੀ। ਫੋਰ ਐਗਜ਼ਾਮਪਲ ਪ੍ਰੀਲਿਮਿਨਰੀ ਐਕਸਪੈਂਸਿਸ, ਉਹ ਐਕਸਪੈਂਸਿਸ ਜਿਹੜਾ ਬਿਜ਼ਨਸ ਸ਼ੁਰੂ ਹੋਣ ਤੋਂ ਪਹਿਲਾਂ ਦੇ ਐਕਸਪੈਂਸਿਸ ਹੁੰਦੇ ਨੇ ਉਹਨਾਂ ਨੂੰ ਅਸੀਂ ਪ੍ਰੀਲਿਮਿਨਰੀ ਐਕਸਪੈਂਸਿਸ ਕਹਿੰਦੇ ਨੇ, ਅਤੇ ਉਹ ਸਾਡੇ ਫਿਕਟੀਸ਼ੀਅਸ ਐਸਿਡਸ ਦੀ ਕੈਟਾਗਰੀ ਦੇ ਵਿੱਚ ਆਉਂਦੇ ਆ। ਨੈਕਸਟ ਹੈ ਟੈਂਜੀਬਲ ਔਰ ਇਨਟੈਂਜੀਬਲ ਐਸਿਡ। ਟੈਂਜੀਬਲ ਮਤਲਬ ਛੂਣਯੋਗ ਅਤੇ ਇਨਟੈਂਜੀਬਲ ਮਤਲਬ ਜਿਨ੍ਹਾਂ ਨੂੰ ਛੂਹਿਆ ਨਹੀਂ ਜਾ ਸਕਦਾ। ਟੈਂਜੀਬਲ ਐਸਿਡਸ ਜਿਨ੍ਹਾਂ ਨੂੰ ਅਸੀਂ ਛੂਹ ਸਕਦੇ ਹਾਂ, ਜਿੱਦਾਂ ਕਿ ਬਿਲਡਿੰਗ, ਫਰਨੀਚਰ, ਠੀਕ ਹੈ, ਮਸ਼ੀਨਰੀ ਹੈ, ਜਿਨ੍ਹਾਂ ਨੂੰ ਆਪਾਂ ਹੱਥ ਲਾ ਸਕਦੇ ਹਾਂ, ਜਿਨ੍ਹਾਂ ਦੀ ਕੋਈ ਫਿਜ਼ੀਕਲ ਅਪੀਅਰੈਂਸ ਹੁੰਦੀ ਹੈ। ਅਤੇ ਇਨਟੈਂਜੀਬਲ ਐਸਿਡਸ ਜਿਨ੍ਹਾਂ ਨੂੰ ਅਸੀਂ ਛੂਹ ਨਹੀਂ ਸਕਦੇ ਹੈਗੇ। ਬਿਜ਼ਨਸ ਦੇ ਵਿੱਚ ਕੁਛ ਇੱਦਾਂ ਦੇ ਐਸਿਡਸ ਵੀ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਛੂਹ ਨਹੀਂ ਸਕਦੇ, ਪਰ ਫਿਰ ਵੀ ਉਹ ਸਾਡੇ ਲਈ ਵੈਲਿਊ ਜਿਹੜੀ ਹੈ ਉਹ ਕ੍ਰੀਏਟ ਕਰਦੇ ਆ, ਉਹ ਸਾਡੀ ਇੱਕ ਸੰਪਤੀ ਹੁੰਦੀ ਹੈ, ਉਹਨਾਂ ਨੂੰ ਅਸੀਂ ਇਨਟੈਂਜੀਬਲ ਐਸਿਡਸ ਕਹਿੰਦੇ ਹਾਂ। ਇਨਟੈਂਜੀਬਲ ਐਸਿਡਸ ਦੀ ਜਿਹੜੀ ਐਗਜ਼ਾਮਪਲ ਹੈ ਉਹ ਹੈ ਮੇਨਲੀ ਗੁੱਡਵਿਲ। ਗੁੱਡਵਿਲ ਮਤਲਬ ਸ਼ਾਖ, ਪ੍ਰਤਿਸ਼ਠਾ, ਰੈਪੂਟੇਸ਼ਨ, ਜਿਹੜੀ ਕਿ ਜਿਹਨੂੰ ਆਪਾਂ ਰੈਪੂਟੇਸ਼ਨ ਜਿਹੜੀ ਹੈ ਉਹ ਬਿਜ਼ਨਸ ਤੇ ਐਸਿਡ ਹੁੰਦੀ ਹੈ, ਬਟ ਤੁਸੀਂ ਉਹਨੂੰ ਛੂਹ ਨਹੀਂ ਸਕਦੇ ਹੈਗੇ। ਉਸ ਰੈਪੂਟੇਸ਼ਨ ਦੇ ਕਰਕੇ ਹੀ ਬਿਜ਼ਨਸ ਜਿਹੜਾ ਹੈ ਉਹ ਵਧੀਆ ਤਰੀਕੇ ਨਾਲ ਚੱਲ ਸਕਦਾ ਹੈ। ਨੈਕਸਟ ਹੈ ਸਾਡੇ ਕੋਲ ਲਿਕੁਇਡ ਐਸਿਡ। ਲਿਕੁਇਡ ਐਸਿਡ ਉਹ ਐਸਿਡਸ ਹੁੰਦੇ ਨੇ ਜਿਨ੍ਹਾਂ ਨੂੰ ਕੈਸ਼ ਵਿੱਚ, ਜਾਂ ਤਾਂ ਉਹ ਕੈਸ਼ ਦੀ ਫੋਰਮ ਵਿੱਚ ਹੁੰਦੇ ਨੇ ਜਾਂ ਕੈਸ਼ ਵਿੱਚ ਉਹਨਾਂ ਨੂੰ ਈਜ਼ੀਲੀ ਕਨਵਰਟ ਕੀਤਾ ਜਾ ਸਕਦਾ ਹੈ। ਵੈਸੇ ਤਾਂ ਕਰੰਟ ਐਸਿਡਸ ਨੂੰ ਈਜ਼ੀਲੀ ਕੈਸ਼ 'ਚ ਕਨਵਰਟ ਕੀਤਾ ਜਾ ਸਕਦਾ ਹੈ, ਪਰ ਲਿਕੁਇਡ ਐਸਿਡ ਜਿਹੜੇ ਹੁੰਦੇ ਨੇ ਉਹ ਜਾਂ ਤਾਂ ਕੈਸ਼ ਦੀ ਫੋਰਮ ਵਿੱਚ ਹੁੰਦੇ ਨੇ ਜਾਂ ਬਿਲਕੁਲ ਕੈਸ਼ ਦੀ ਤਰ੍ਹਾਂ ਹੀ ਹੁੰਦੇ ਨੇ, ਜਿਨ੍ਹਾਂ ਨੂੰ ਆਪਾਂ ਈਜ਼ੀਲੀ ਐਟ ਦੀ ਸਪੋਟ ਜਿਹੜਾ ਹੈ ਉਹ ਯੂਜ਼ ਕਰ ਸਕਦੇ ਹਾਂ। ਇਹ ਸਾਡੇ ਐਸਿਡਸ ਹੈ। ਨੈਕਸਟ ਹੈ ਸਾਡੇ ਕੋਲ ਮੇਨ ਬੇਸਿਕ ਜਿਹੜੀ ਸਾਡੀ ਟਰਮ ਹੈ ਉਹ ਹੈ ਲਾਇਬਿਲਿਟੀਜ਼। ਲਾਇਬਿਲਿਟੀਜ਼ ਵੀ ਅੱਗੇ 3 ਪਾਰਟਸ ਦੇ ਵਿੱਚ ਡਿਵਾਈਡ ਹੈ। ਫਿਕਸਡ ਲਾਇਬਿਲਿਟੀਜ਼ ਹੈ ਜਿਨ੍ਹਾਂ ਨੂੰ ਆਪਾਂ ਨੋਨ ਕਰੰਟ ਲਾਇਬਿਲਿਟੀਜ਼ ਵੀ ਕਹਿੰਦੇ ਹਾਂ, ਕਰੰਟ ਲਾਇਬਿਲਿਟੀਜ਼ ਹੈ, ਅਤੇ ਕੰਟੀਜੈਂਟ ਲਾਇਬਿਲਿਟੀਜ਼ ਹੈਗੀਆਂ ਹੈ। ਦੇਖੋ ਫਿਕਸਡ ਲਾਇਬਿਲਿਟੀਜ਼ ਉਹ ਲਾਇਬਿਲਿਟੀਜ਼ ਹੁੰਦੀਆਂ ਨੇ ਜਿਹੜੀਆਂ ਕਿ ਪਹਿਲਾਂ ਆਪਾਂ ਲਾਇਬਿਲਿਟੀਜ਼ ਬਾਰੇ ਜਾਣਦੇ ਹਾਂ ਕਿ ਲਾਇਬਿਲਿਟੀਜ਼ ਕੀ ਹੁੰਦੀਆਂ ਨੇ। ਜਿੱਦਾਂ ਐਸਿਡ ਸਾਡੀ ਸੰਪਤੀ ਹੁੰਦੀ ਹੈ ਅਤੇ ਲਾਇਬਿਲਿਟੀਜ਼ ਸਾਡੀਆਂ ਦੇਣਦਾਰੀਆਂ ਹੁੰਦੀਆਂ ਨੇ। ਉਹ ਅਮਾਊਂਟ ਜੋ ਅਸੀਂ ਬਾਹਰਲੇ ਲੋਕਾਂ ਨੂੰ ਪੇ ਕਰਨੀ ਹੁੰਦੀ ਹੈ, ਦੇਣੀ ਹੁੰਦੀ ਹੈ, ਸਾਡੇ ਲਈ ਉਹ ਦੇਣਦਾਰੀ ਹੈ ਉਹਨਾਂ ਦੀ, ਤਾਂ ਉਹਨਾਂ ਅਮਾਊਂਟਸ ਨੂੰ ਅਸੀਂ ਦੇਣਦਾਰੀਆਂ ਕਹਿੰਦੇ ਹਾਂ ਜਾਂ ਲਾਇਬਿਲਿਟੀਜ਼ ਕਹਿੰਦੇ ਹਾਂ। ਕੋਈ ਵੀ ਆਪਾਂ ਕਿਸੇ ਤੋਂ ਉਧਾਰ ਲਿਆਏ ਕੋਈ, ਉਹ ਪੈਸੇ ਆਪਾਂ ਉਹਨੂੰ ਵਾਪਸ ਕਰਨੇ ਨੇ, ਅਤੇ ਉਹ ਜਿਹੜੇ ਪੈਸੇ ਆ ਉਹ ਕਿਆ ਹੈ ਸਾਡੇ ਲਈ, ਲਾਇਬਿਲਿਟੀ ਹੈ, ਸਾਡੀ ਦੇਣਦਾਰੀ ਹੈ। ਦੇਖੋ ਫਿਕਸਡ ਲਾਇਬਿਲਿਟੀਜ਼ ਉਹ ਲਾਇਬਿਲਿਟੀਜ਼ ਹੁੰਦੀਆਂ ਨੇ ਜਿਨ੍ਹਾਂ ਦੀ ਪੇਮੈਂਟ ਲੰਬੇ ਸਮੇਂ ਬਾਅਦ ਕੀਤੀ ਜਾਂਦੀ ਹੈ, ਜਿੱਦਾਂ ਕਿ ਲੌਂਗ ਟਰਮ ਲੋਨ ਹੁੰਦੇ ਆ। ਜਦੋਂ ਆਪਾਂ ਲੋਨ ਲੈਂਦੇ ਹਾਂ, ਜਿਹੜੇ ਲੋਨ ਦੀ ਪੇਮੈਂਟ ਲੰਬੇ ਸਮੇਂ ਬਾਅਦ ਕੀਤੀ ਜਾਂਦੀ ਹੈ ਉਹ ਸਾਡਾ ਫਿਕਸਡ ਲਾਇਬਿਲਿਟੀ ਹੁੰਦੀ ਹੈ, ਅਤੇ ਜਿਹੜੇ ਲੋਨਸ ਦੀ ਅਸੀਂ ਸ਼ਾਰਟ ਟਰਮ ਦੇ ਵਿੱਚ ਪੇਮੈਂਟ ਕਰਨੀ ਹੁੰਦੀ ਹੈ ਉਹ ਸਾਡੀ ਕਰੰਟ ਲਾਇਬਿਲਿਟੀ ਹੁੰਦੀ ਹੈ। ਤੁਹਾਨੂੰ ਸਮਝ ਲੱਗ ਗਿਆ ਹੋਵੇਗਾ। ਕਰੰਟ ਲਾਇਬਿਲਿਟੀ ਉਹ ਲਾਇਬਿਲਿਟੀ ਜਿਹਦੀ ਪੇਮੈਂਟ ਅਸੀਂ ਥੋੜ੍ਹੇ ਸਮੇਂ ਦੇ ਵਿੱਚ ਕਰਨੀ ਹੁੰਦੀ ਹੈ, ਸ਼ਾਰਟ ਟਾਈਮ ਦੇ ਵਿੱਚ ਕਰਨੀ ਹੁੰਦੀ ਹੈ, ਉਹ ਸਾਡੀ ਕਰੰਟ ਲਾਇਬਿਲਿਟੀਜ਼ ਹੁੰਦੀਆਂ ਨੇ। ਨੈਕਸਟ ਹੈ ਕੰਟੀਜੈਂਟ ਲਾਇਬਿਲਿਟੀਜ਼। ਹੁਣ ਦੇਖੋ ਕੰਟੀਜੈਂਟ ਲਾਇਬਿਲਿਟੀਜ਼ ਜਿਹੜੀਆਂ ਹੈ ਉਹ ਲਾਇਬਿਲਿਟੀਜ਼ ਹੁੰਦੀਆਂ ਨੇ ਜਿਨ੍ਹਾਂ ਦੀ ਜਿਹੜੀਆਂ ਕਿ ਫਿਊਚਰ ਦੀ ਅਨਸਰਟੇਨਿਟੀ ਦੇ ਉੱਤੇ ਆਧਾਰਿਤ ਹੁੰਦੀਆਂ ਨੇ। ਉਹਨਾਂ ਦੇ ਉਹ ਲਾਇਬਿਲਿਟੀਜ਼ ਹੋ ਵੀ ਸਕਦੀਆਂ ਹੈ ਅਤੇ ਨਹੀਂ ਵੀ ਹੋ ਸਕਦੀਆਂ, ਡਿਪੈਂਡ ਕਰਦਾ ਹੈ ਫਿਊਚਰ ਦੀਆਂ ਅਨਸਰਟੇਨਿਟੀਜ਼ ਦੇ ਉੱਤੇ। ਫਿਊਚਰ ਦੇ ਵਿੱਚ ਕੀ ਹੋਣ ਵਾਲਾ ਹੈ ਉਹਨਾਂ ਦੇ ਉੱਤੇ ਆਧਾਰਿਤ ਹੁੰਦੀਆਂ ਨੇ ਇਹ ਲਾਇਬਿਲਿਟੀਜ਼। ਇਹਨਾਂ ਲਾਇਬਿਲਿਟੀਜ਼ ਨੂੰ ਉਦੋਂ ਹੀ ਬੈਲੈਂਸ ਸ਼ੀਟ ਦੇ ਵਿੱਚ ਲਿਖਿਆ ਜਾਂਦਾ ਹੈ ਜਦੋਂ ਇਹ ਅਕਰ ਹੁੰਦੀਆਂ ਹੈ, ਅਦਰਵਾਈਜ਼ ਇਹਨਾਂ ਲਾਇਬਿਲਿਟੀਜ਼ ਨੂੰ ਲਾਇਬਿਲਿਟੀਜ਼ ਸਾਈਡ ਦੇ ਵਿੱਚ ਨਹੀਂ ਸ਼ੋ ਕੀਤਾ ਜਾਂਦਾ। ਕੰਟੀਜੈਂਟ ਲਾਇਬਿਲਿਟੀਜ਼ ਦਾ ਮੇਨ ਰੀਜ਼ਨ ਇਹੀ ਹੈ ਕਿ ਇਹਨਾਂ ਨੂੰ ਫਿਊਚਰ ਦੀ ਅਨਸਰਟੇਨਿਟੀ ਦੇ ਉੱਤੇ ਹੀ ਲਾਇਬਿਲਿਟੀਜ਼ ਮੰਨਿਆ ਜਾਂਦਾ ਹੈ, ਅਦਰਵਾਈਜ਼ ਇਹਨਾਂ ਨੂੰ ਲਾਇਬਿਲਿਟੀਜ਼ ਨਹੀਂ ਮੰਨਿਆ ਜਾਂਦਾ। ਇਹ ਸਾਡੀਆਂ 2 ਮੇਨ ਟਰਮਸ ਹੈ, ਐਸਿਡ ਅਤੇ ਲਾਇਬਿਲਿਟੀਜ਼ ਬਾਰੇ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ। ਨੈਕਸਟ ਹੈ ਸਾਡੇ ਕੋਲ ਕੈਪੀਟਲ। ਨੈਕਸਟ ਸਾਡੀ ਟਰਮ ਹੈ ਕੈਪੀਟਲ। ਉਹ ਅਮਾਊਂਟ ਜਿਹੜੀ ਕਿ ਬਿਜ਼ਨਸ ਨੂੰ ਸ਼ੁਰੂ ਕਰਨ ਦੇ ਲਈ ਲਗਾਈ ਜਾਂਦੀ ਹੈ ਉਹਨੂੰ ਅਸੀਂ ਕੈਪੀਟਲ ਬੋਲਦੇ ਆ। ਇਹ ਯਾਦ ਰੱਖਣਾ ਹੈ ਤੁਸੀਂ। ਉਹ ਅਮਾਊਂਟ ਜਿਹੜੀ ਕਿ ਬਿਜ਼ਨਸ ਨੂੰ ਸ਼ੁਰੂ ਕਰਨ ਦੇ ਲਈ ਮਾਲਕ ਦੇ ਦੁਆਰਾ, ਜਿਹੜੇ ਪ੍ਰੋਪਰਾਈਟਰਸ ਹੁੰਦੇ ਨੇ ਉਹਨਾਂ ਦੇ ਦੁਆਰਾ
लगाई जाती है उन्होंने असीं कैपिटल कहते हैं या पूंजी कहते हैं। ठीक है, नैक्सट है साडे कोल एक्सपेंसिस। एक्सपेंसिस साडे खर्चे हुंदे है, ਉਹ ਅਮਾਊਂਟ ਜਿਹੜੀ ਕਿ ਗੁੱਡਸ ਤੇ ਸਰਵਿਸਿਜ਼ ਨੂੰ ਬਣਾਉਣ ਦੇ ਉੱਤੇ ਖਰਚ ਕੀਤੀ ਜਾਂਦੀ ਹੈ ਉਹਨਾਂ ਨੂੰ ਐਕਸਪੈਂਸਿਸ ਕਹਿੰਦੇ ਆ। ਨੈਕਸਟ ਹੈ ਇਨਕਮ, ਉਹ ਅਮਾਊਂਟ ਜਿਹੜੀ ਕਿ ਗੁੱਡਸ ਤੇ ਸਰਵਿਸਿਜ਼ ਨੂੰ ਦੇ ਕੇ ਸਾਨੂੰ ਪ੍ਰਾਪਤ ਹੁੰਦੀ ਹੈ, ਉਹ ਸਾਡੀ ਆਮਦਨ ਹੁੰਦੀ ਹੈ, ਉਹ ਸਾਡੀ ਇਨਕਮ ਹੁੰਦੀ ਹੈ। ਨੈਕਸਟ ਹੈ ਸਾਡੇ ਕੋਲ ਮੇਨ ਟਰਮ ਡੈਪਟਰਸ। ਹੁਣ ਦੇਖੋ ਡੈਪਟਰਸ ਜਿਹੜੇ ਹੈ ਉਹ ਵਿਅਕਤੀ ਹੁੰਦੇ ਹੈ ਜਿਨ੍ਹਾਂ ਨੇ ਬਿਜ਼ਨਸ ਨੂੰ ਕੁਛ ਨਾ ਕੁਛ ਪੇਮੈਂਟ ਕਰਨੀ ਹੁੰਦੀ ਹੈ। ਫॉर एग्जांपल ਮੰਨ ਲਓ ਕੋਈ ਇਹ ਵਿਅਕਤੀ ਹੈ, ਇਹ ਕੋਈ ਪਰਸਨ ਹੈ, ਇਹ ਪਰਸਨ ਨੇ ਜਿਹੜੇ ਹੈ ਬਿਜ਼ਨਸ ਤੋਂ ਕੁਛ ਖਰੀਦਿਆ ਹੈ, ਬਿਜ਼ਨਸ ਤੋਂ ਗੁੱਡਸ ਖਰੀਦੀਆਂ ਹੈ ਅਤੇ ਉਹਨਾਂ ਖਰੀਦੀਆਂ ਹੋਈਆਂ ਗੁੱਡਸ ਦੇ ਬਦਲੇ ਵਿੱਚ ਉਹਨੇ ਬਿਜ਼ਨਸ ਨੂੰ ਪੈਸੇ ਪੇ ਕਰਨੇ ਹੈ ਅਤੇ ਉਹ ਪੈਸੇ ਜਿਹੜੇ ਆ ਉਹ ਕਿਹਨੇ ਪੇ ਕਰਨੇ ਹੈ, ਏ ਨੇ ਪੇ ਕਰਨੀ ਹੈ। ਅਤੇ ਇਹ ਜਿਹੜਾ ਹੈ ਉਹ ਬਿਜ਼ਨਸ ਦਾ ਕੀ ਹੈ, ਡੈਪਟਰ ਹੈ, ਕਿਉਂਕਿ ਉਹਨੇ ਬਿਜ਼ਨਸ ਨੂੰ ਪੈਸੇ ਪੇ ਕਰਨੇ ਹੈ। ਉਹ ਵਿਅਕਤੀ ਜਿਹਨੇ ਬਿਜ਼ਨਸ ਨੂੰ ਕੁਛ ਨਾ ਕੁਛ ਪੇਮੈਂਟ ਕਰਨੀ ਹੋਵੇ ਉਹਨੂੰ ਅਸੀਂ ਡੈਪਟਰ ਕਹਿੰਦੇ ਹਾਂ। ਨੈਕਸਟ ਹੈ ਕ੍ਰੈਡੀਟਰਸ। ਕ੍ਰੈਡੀਟਰਸ ਉਹ ਵਿਅਕਤੀ ਹੁੰਦੇ ਨੇ ਜਿਨ੍ਹਾਂ ਨੂੰ ਬਿਜ਼ਨਸ ਨੇ ਪੇਮੈਂਟ ਕਰਨੀ ਹੁੰਦੀ ਹੈ। ਮੰਨ ਲਓ ਕੋਈ ਵਿਅਕਤੀ ਹੈ ਬੀ, ਜਿਹੜਾ ਬਿਜ਼ਨਸ ਹੈ, ਬਿਜ਼ਨਸ ਨੇ ਬੀ ਤੋਂ ਕੁਛ ਸਮਾਨ ਖਰੀਦਿਆ ਹੈ, ਕੋਈ ਗੁੱਡਸ ਖਰੀਦੀਆਂ ਹੈ ਅਤੇ ਬਿਜ਼ਨਸ ਨੇ ਉਹਨਾਂ ਨੂੰ ਪੇਮੈਂਟ ਕਰਨੀ ਹੈ, ਪੇ ਕਰਨਾ ਹੈ ਅਤੇ ਬੀ ਜਿਹੜਾ ਹੈ ਉਹ ਕੀ ਹੈ, ਬਿਜ਼ਨਸ ਦਾ ਕ੍ਰੈਡੀਟਰ ਹੈ, ਲੈਣਦਾਰ ਹੈ। ਜਿਹੜਾ ਬਿਜ਼ਨਸ ਹੈ ਉਦੋਂ ਉਹਨੇ ਪੈਸੇ ਲੈਣੇ ਹੈ ਅਤੇ ਬਿਜ਼ਨਸ ਜਿਹੜਾ ਹੈ ਉਹਦਾ ਦੇਣਦਾਰ ਹੈ। ਨੈਕਸਟ ਹੈ ਸਾਡੇ ਕੋਲ ਪਰਚੇਜ਼। ਪਰਚੇਜ਼ ਜਿਹੜੀ ਹੈ ਕੋਈ ਵੀ ਚੀਜ਼ ਖਰੀਦਣਾ ਹੁੰਦਾ ਹੈ ਉਹਨੂੰ ਅਸੀਂ ਪਰਚੇਜ਼ ਕਹਿੰਦੇ ਹਾਂ। ਸੇਲਸ ਦਾ ਮਤਲਬ ਹੁੰਦਾ ਹੈ ਕੋਈ ਵੀ ਚੀਜ਼ ਵੇਚਣਾ, ਜਦੋਂ ਅਸੀਂ ਕੋਈ ਚੀਜ਼ ਵੇਚਦੇ ਹਾਂ ਉਹਨੂੰ ਅਸੀਂ ਸੇਲਸ ਕਹਿੰਦੇ ਹਾਂ। ਨੈਕਸਟ ਹੈ ਸਾਡੇ ਕੋਲ ਬਿਜ਼ਨਸ ਟ੍ਰਾਂਜੈਕਸ਼ਨਸ। ਇਹਦੀ ਗੱਲ ਜਿਹੜੀ ਹੈ ਸਭ ਤੋਂ ਪਹਿਲਾਂ ਜਦੋਂ ਆਪਾਂ ਅਕਾਊਂਟਿੰਗ ਦਾ ਜਿਹੜਾ ਲੈਸਨ ਹੈ ਸ਼ੁਰੂ ਕੀਤਾ ਸੀਗਾ ਉਦੋਂ ਹੀ ਕੀਤੀ ਸੀਗੀ ਕਿ ਬਿਜ਼ਨਸ ਟ੍ਰਾਂਜੈਕਸ਼ਨਸ ਲੈਣ ਦੇਣ ਹੁੰਦੀਆਂ ਨੇ, ਉਹ ਲੈਣ ਦੇਣ ਜਿਹੜੇ ਬਿਜ਼ਨਸ ਦੇ ਵਿੱਚ ਕੀਤੇ ਜਾਂਦੇ ਨੇ ਉਹਨਾਂ ਨੂੰ ਅਸੀਂ ਬਿਜ਼ਨਸ ਟ੍ਰਾਂਜੈਕਸ਼ਨਸ ਕਹਿੰਦੇ ਹਾਂ। ਨੈਕਸਟ ਹੈ ਸਾਡੇ ਕੋਲ ਡਰਾਇੰਗਸ। ਡਰਾਇੰਗਸ ਜਿਹੜੀਆਂ ਹੈ ਸਾਡੀ ਨਿੱਜ ਵਰਤੋਂ ਦੇ ਲਈ ਕੀਤੇ ਗਏ ਐਕਸਪੈਂਸਿਸ ਹੁੰਦੇ ਨੇ ਜਾਂ ਉਹ ਅਮਾਊਂਟ ਜਿਹੜੇ ਕਿ ਅਸੀਂ ਆਪਣੇ ਪਰਸਨਲ ਖਰਚਿਆਂ ਦੇ ਲਈ ਯੂਜ਼ ਕਰਦੇ ਹਾਂ, ਬਿਜ਼ਨਸ ਦੇ ਵਿੱਚੋਂ ਲੈ ਕੇ ਜਾਂਦੇ ਹਾਂ, ਉਹਨੂੰ ਅਸੀਂ ਡਰਾਇੰਗਸ ਕਹਿੰਦੇ ਹਾਂ। ਫॉर एग्जांपल देखो ਮੰਨ ਲਓ ਜਿਹੜਾ ਪ੍ਰੋਪਰਾਈਟਰ ਹੈ, ਜਿਹਨੇ ਮਾਲਕ ਹੈ, ਉਹਨੇ ਆਪਣੇ ਪਰਸਨਲ ਖਰਚੇ ਦੇ ਲਈ ਬਿਜ਼ਨਸ ਦੇ ਵਿੱਚੋਂ 10,000 ਰੁਪਇਆ ਲੈ ਲਿਆ ਅਤੇ ਉਹ ਜਿਹੜਾ 10,000 ਹੈ ਉਹ ਕੀ ਹੈ, ਉਹ ਬਿਜ਼ਨਸ ਦੇ ਲਈ ਡਰਾਇੰਗਸ ਹੈ, ਕਿਉਂਕਿ ਜਿਹੜਾ ਮਾਲਕ ਹੈ ਉਹਨੇ ਆਪਣੇ ਨਿੱਜੀ ਖਰਚੇ ਦੇ ਲਈ ਬਿਜ਼ਨਸ ਦੇ ਵਿੱਚੋਂ ਪੈਸੇ ਲਏ ਹੈ। ਅਗਰ ਉਹ ਬਿਜ਼ਨਸ ਦੇ ਖਰਚੇ ਦੇ ਲਈ ਲੈਂਦਾ ਤਾਂ ਉਹ ਡਰਾਇੰਗ ਨਹੀਂ ਹੋਣੀ ਸੀਗੀ, ਬਟ ਉਹਨੇ ਆਪਣੇ ਪਰਸਨਲ ਐਕਸਪੈਂਸਿਸ ਦੇ ਲਈ ਲਿਆ ਹੈ, ਇਸ ਲਈ ਉਹ ਡਰਾਇੰਗਸ ਹੈ। ਇਹ ਕੁਛ ਟਰਮਸ ਹੈ ਜਿਹੜੀਆਂ ਕਿ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ, ਚੰਗੀ ਤਰ੍ਹਾਂ ਤੁਸੀਂ ਇਹਨਾਂ ਨੂੰ ਯਾਦ ਕਰਨਾ ਹੈ ਕਿਉਂਕਿ ਨੈਕਸਟ ਸਾਨੂੰ ਇਹ ਟਰਮਾਂ ਜਿਹੜੀਆਂ ਹੈ ਉਹ ਯੂਜ਼ ਹੋਣੀਆਂ ਹੈ। ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਯਾਦ ਕਰਨਾ ਹੈ ਤਾਂ ਹੀ ਅਸੀਂ ਨੈਕਸਟ ਜਿਹੜਾ ਟੌਪਿਕ ਹੈ ਉਹਨੂੰ ਕਲੀਅਰ ਕਰ ਪਾਵਾਂਗੇ। ਅੱਜ ਦਾ ਤੁਹਾਡਾ ਕੰਮ ਹੈ ਤੁਸੀਂ ਇਹਨਾਂ ਟਰਮਸ ਨੂੰ ਚੰਗੀ ਤਰ੍ਹਾਂ ਯਾਦ ਕਰਨਾ ਹੈ। ਥੈਂਕ ਯੂ ਸਟੂਡੈਂਟਸ।